ਦਿਸ਼ਾ ਪਰਿਵਰਤਨ ਦੇ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਵਾਲੇ ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਤੁਹਾਡਾ ਸਾਰਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਵਿੱਚ ਬਹੁਤ-ਬਹੁਤ ਸਵਾਗਤ ਹੈ। ਦੋਸਤੋ, ਅਸੀਂ ਕਿਰਪਾ ਦੁਆਰਾ ਫੜੇ ਜਾਣ ਦੇ ਵਿਸ਼ੇ ਦੇ ਅਧੀਨ ਪਰਮੇਸ਼ਰ ਦੀ ਕਿਰਪਾ ਦੇ ਉੱਤੇ ਚਰਚਾ ਕਰਦੇ ਆ ਰਹੇ ਹਾਂ। ਅਸੀਂ ਉਮੀਦ ਕਰਦੇ ਹਾਂ ਕਿ ਸਾਡੇ ਇਸ ਲੜੀਵਾਰ ਅਧਿਐਨ ਦਾ ਤੁਹਾਡੀ ਆਤਮਿਕ ਉન્નਤੀ ਵਿੱਚ ਵਾਧਾ ਹੋ ਰਿਹਾ ਹੋਵੇਗਾ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਪੌਲੁਸ ਦੇ ਜੀਵਨ ਵਿੱਚ ਕਿਰਪਾ ਨੂੰ ਵੇਖ ਰਹੇ ਸੀ। ਪਰਮੇਸ਼ਰ ਦੀ ਕਿਰਪਾ ਸਾਨੂੰ ਕਸ਼ਟ ਝੱਲਣ ਦੀ ਸ਼ਕਤੀ ਪ੍ਰਦਾਨ ਕਰਦੀ ਹੈ। ਪਰਮੇਸ਼ਰ ਦੀ ਕਿਰਪਾ ਨਾਲ ਅਸੀਂ ਹਰ ਸਮੇਂ ਆਨੰਦਿਤ ਰਹਿੰਦੇ ਹਾਂ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਵੇਖਾਂਗੇ ਕਿ ਕਿਵੇਂ ਪਰਮੇਸ਼ਰ ਦੀ ਕਿਰਪਾ ਮੁਸ਼ਕਿਲ ਹਾਲਾਤਾਂ ਦਾ ਸਾਹਮਣਾ ਕਰਨ ਦੇ ਵਿੱਚ ਹੌਸਲਾ ਪ੍ਰਦਾਨ ਕਰਦੀ ਹੈ। ਆਓ ਆਪਣੇ ਅਧਿਐਨ ਦੀ ਸ਼ੁਰੂਆਤ ਕਰੀਏ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। एक नूर दे बंदे सारे इको पिता हमारा, एक नूर दे बंदे सारे इको पिता हमारा। एक नूर नाल पैदा कीता रब ने ये जग सारा, एक नूर नाल पैदा कीता रब ने ये जग सारा। एवें जातां पातां दे विच वंडे हां, कोई जाने ना जाने। एवें जातां पातां दे विच वंडे हां, कोई जाने ना जाने। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਭਾਵੇਂ ਅਸੀਂ ਕਮਲੇ ਰਮਲੇ, ਭਾਵੇਂ ਅਸੀਂ ਸਦਾਈ। ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ, ਰੱਬ ਦਿਲਾਂ ਦੀਆਂ ਜਾਣੇ ਮਿਲਦੀ ਸੱਚੇ ਨੂੰ ਵਡਿਆਈ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਰਾਜੀ ਕਰਦਾ ਉਹ ਕੋੜੀ ਤੇ ਲੰਘਿਆ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ, ਰੱਬ ਸਭਨਾਂ ਦਾ ਸਾਂਝਾ ਏ ਤੇ ਕਈ ਬਣੀਆਂ ਨੇ ਜਾਤਾਂ। ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ, ਆਓ ਸਾਰੇ ਰਲ ਮਿਲ ਕਰੀਏ ਯਿਸੂ ਮਸੀਹ ਦੀਆਂ ਬਾਤਾਂ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ ਹਾਂ, ਕੋਈ ਜਾਣੇ ਨਾ ਜਾਣੇ। ਇੱਕੋ ਹੀ ਆਤਮਾ ਤੇ ਇੱਕੋ ਜਿਹੇ ਬੰਦੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ, ਕੋਈ ਜਾਣੇ ਨਾ ਜਾਣੇ। ਅਸੀਂ ਯਿਸੂ ਮਸੀਹ ਦੇ ਵਿੱਚ ਰੰਗੇ ਹਾਂ,
ਕੋਈ ਜਾਣੇ ਨਾ ਜਾਣੇ, ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ। ਕੋਈ ਜਾਣੇ ਨਾ ਜਾਣੇ, ਭਾਵੇਂ ਚੰਗੇ ਤੇ ਭਾਵੇਂ ਮੰਦੇ ਹਾਂ। ਕੋਈ ਜਾਣੇ ਨਾ ਜਾਣੇ। ਉਹ ਮੁਸੀਬਤ ਦੇ ਬਾਰੇ ਆਮ ਗੱਲਬਾਤ ਨਹੀਂ ਕਰਨ ਜਾ ਰਿਹਾ, ਉਹ ਤਾਂ ਉਹਨਾਂ ਸਮੱਸਿਆ ਬਾਰੇ ਵਿੱਚੋਂ ਸਾਡੇ ਨਾਲ ਗੱਲਬਾਤ ਕਰਨ ਵਾਸਤੇ ਜਾ ਰਿਹਾ ਹੈ। ਅਤੇ ਅਸੀਂ ਇਸ ਬਾਰੇ ਜਾਣਦੇ ਹਾਂ ਅਤੇ ਇਸ ਬਾਰੇ ਜ਼ਿਆਦਾ ਸਮਾਂ ਪਹਿਲਾਂ ਅਧਿਐਨ ਨਹੀਂ ਸੀ ਕੀਤਾ, ਪਰ ਦੂਸਰਾ ਕਰੰਥੀਆਂ ਦੀ ਪੱਤਰੀ 12 ਦੇ 7 ਵਚਨ ਵਿੱਚ ਇਸ ਤਰ੍ਹਾਂ ਆਖਿਆ ਗਿਆ ਸੀ, ਇਸ ਲਈ ਜੋ ਮੈਂ ਪ੍ਰਕਾਸ਼ਵਾਣੀਆਂ ਦੀ ਬਹੁਤਾਤ ਦੇ ਕਾਰਨ ਹੱਦੋਂ ਬਾਹਰ ਫੁੱਲ ਨਾ ਜਾਵਾਂ, ਮੇਰੇ ਸਰੀਰ ਵਿੱਚ ਇੱਕ ਕੰਡਾ ਚੁੱਭਿਆ ਗਿਆ ਹੈ, ਅਰਥਾਤ ਸ਼ੈਤਾਨ ਦਾ ਕੱਲਿਆ ਹੋਇਆ ਭਾਈ, ਉਹ ਮੈਨੂੰ ਹੂਰੇ ਮਾਰੇ ਤਾਂ ਜੋ ਮੈਂ ਹੱਦੋਂ ਬਾਹਰ ਫੁੱਲ ਨਾ ਜਾਵਾਂ। ਹੁਣ ਪੌਲੁਸ ਇੱਕ ਅਨੁਭਵ ਬਾਰੇ ਗੱਲਬਾਤ ਕਰ ਰਿਹਾ ਹੈ, ਜਦੋਂ ਉਸ ਨੇ ਉਦੋਂ ਪ੍ਰਾਪਤ ਕੀਤਾ ਸੀ ਜਦੋਂ ਸਵਰਗ ਵਿੱਚ ਉਸ ਨੂੰ ਜਾਣਾ ਅਤੇ ਆਪਣੀਆਂ ਮਨੁੱਖੀ ਅੱਖਾਂ ਨਾਲ ਸਵਰਗ ਨੂੰ ਵੇਖਣ ਦੀ ਇਜਾਜ਼ਤ ਦਿੱਤੀ ਗਈ ਸੀ। ਅਸੀਂ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ ਅਤੇ ਉਹ ਸਾਨੂੰ ਇਸ ਬਾਰੇ ਨਾ ਦੱਸਣ ਲਈ ਬਹੁਤ ਸੁਚੇਤ ਹੈ, ਪਰ ਜੋ ਵਰਪਿਆ ਸੀ ਉਹ ਇਹ ਹੈ, ਇੱਕੋ ਹੀ ਇੱਕ ਮਨੁੱਖ ਸੀ ਜੋ ਇਹ ਆਪਣੀਆਂ ਅੱਖੀਆਂ ਨਾਲ ਵੇਖਣ ਦੇ ਯੋਗ ਹੋਇਆ ਸੀ। ਸਵਰਗ ਕਿਸ ਤਰ੍ਹਾਂ ਦੀ ਸੀ? ਉਹ ਜਦੋਂ ਵਾਪਸ ਧਰਤੀ ਉੱਤੇ ਆਇਆ ਤਦ ਬਾਈਬਲ ਆਖਦੀ ਹੈ ਕਿ ਪਰਮੇਸ਼ਰ ਨੇ ਸ਼ੈਤਾਨ ਨੂੰ ਉਸ ਨੂੰ ਕੁਝ ਕਰਨ ਦੀ ਇਜਾਜ਼ਤ ਦਿੱਤੀ ਸੀ। ਉਹ ਠੀਕ ਇਹੋ ਹੀ ਆਖਦਾ ਹੈ ਕਿ ਉਸ ਦੇ ਮਾਸ ਵਿੱਚ ਇੱਕ ਕੰਡਾ ਚੁੱਭਿਆ ਗਿਆ ਹੈ ਅਤੇ ਇਸ ਦਾ ਅਨੁਭਵ ਇਹ ਹੈ ਕਿ ਉਸ ਦੀ ਦੇਹ ਵਿੱਚ ਇੱਕ ਕਿੱਲ ਠੋਕਿਆ ਗਿਆ ਹੈ। ਅਤੇ ਬਾਈਬਲ ਬਾਣੀ ਆਖਦੀ ਹੈ ਸ਼ੈਤਾਨ ਨੂੰ ਇਹ ਇਜਾਜ਼ਤ ਦਿੱਤੀ ਗਈ ਸੀ ਕਿ ਉਹ ਪੌਲੁਸ ਨੂੰ ਹੂਰੇ ਮਾਰੇ, ਭਾਵ ਉਸ ਨੂੰ ਕੁੱਟੇ। ਸੱਚਮੁੱਚ ਬਾਣੀ ਦਾ ਇਹ ਭਾਗ ਆਖਦਾ ਹੈ ਕਿ ਪਰਮੇਸ਼ਰ ਨੇ ਸ਼ੈਤਾਨ ਨੂੰ ਪੌਲੁਸ ਨੂੰ ਕੁੱਟਣ ਦੀ ਇਜਾਜ਼ਤ ਦਿੱਤੀ ਸੀ ਅਤੇ ਪਰਮੇਸ਼ਰ ਆਖਦਾ ਹੈ ਕਿ ਉਸ ਨੇ ਇਹ ਸਭ ਇਸ ਲਈ ਕੀਤਾ ਸੀ ਕਿ ਪੌਲੁਸ ਉਸ ਦਰਸ਼ਨ ਦੇ ਕਰਕੇ ਆਪਣੇ ਆਪ ਨੂੰ ਵੱਡਾ ਨਾ ਸਮਝੇ ਜੋ ਦਰਸ਼ਨ ਉਸ ਨੇ ਵੇਖਿਆ ਸੀ। ਇਸ ਤੋਂ ਬਾਅਦ ਦੂਸਰੀ ਗੱਲ ਜਿਸ ਬਾਰੇ ਅਸੀਂ ਗੌਰ ਕਰਨ ਜਾ ਰਹੇ ਹਾਂ ਉਹ ਇਹ ਹੈ ਕਿ ਮਸੀਹ ਜੀਵਨ ਲਈ ਕਿਰਪਾ ਦਾ ਸਰੋਤ। ਦੂਸਰਾ ਕਰੰਥੀਆਂ 12 ਦੇ 8 ਔਰ 9 ਵਚਨ ਗੌਰ ਕਰੋ। ਬਾਈਬਲ ਆਖਦੀ ਹੈ ਕਿ 3 ਵਾਰ ਪੌਲੁਸ ਨੇ ਪ੍ਰਭੂ ਦੇ ਅੱਗੇ ਬੇਨਤੀ ਕੀਤੀ, ਭਾਈ ਇਹ ਮੇਰੇ ਤੋਂ ਦੂਰ ਹੋ ਜਾਵੇ। ਆਪ ਵਿੱਚੋਂ ਕਿੰਨੇ ਇਸ ਤਰ੍ਹਾਂ ਕਰ ਚੁੱਕੇ ਹਨ, ਪ੍ਰਭੂ ਮੇਰੇ ਜੀਵਨ ਵਿੱਚ ਇਹ ਚੀਜ਼ ਦੂਰ ਕਰ ਦੇ, ਮੈਂ ਇਸ ਤੋਂ ਥੱਕ ਗਿਆ ਹਾਂ, ਮੈਂ ਇਸ ਨਾਲ ਨਿਪਟਣਾ ਨਹੀਂ ਚਾਹੁੰਦਾ। ਪ੍ਰਭੂ ਮੈਂ ਤੇਰੀ ਸੇਵਾ ਕਰ ਰਿਹਾ ਹਾਂ, ਮੈਂ ਤੇਰੀ ਮਰਜ਼ੀ ਪੂਰੀ ਕਰ ਰਿਹਾ ਹਾਂ, ਮੈਨੂੰ ਇਹ ਸਭ ਵਿੱਚੋਂ ਕਿਉਂ ਗੁਜ਼ਰਨਾ ਪੈ ਰਿਹਾ ਹੈ, ਇਸ ਨੂੰ ਦੂਰ ਕਰ ਦੇ। ਅਤੇ 3 ਵਾਰ ਪੌਲੁਸ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਕਿ ਉਸ ਦਾ ਦਰਦ ਦੂਰ ਕੀਤਾ ਜਾਵੇ ਅਤੇ ਪਰਮੇਸ਼ਰ ਨੇ ਇਹ ਨਹੀਂ ਸੀ ਕੀਤਾ, ਪਰ ਪਰਮੇਸ਼ਰ ਨੇ ਉਸ ਦੀ ਪ੍ਰਾਰਥਨਾ ਦਾ ਉੱਤਰ ਜ਼ਰੂਰ ਦਿੱਤਾ ਸੀ। ਕਦੇ-ਕਦੇ ਆਪ ਸੋਚਦੇ ਹੋ ਕਿ ਜੇਕਰ ਪਰਮੇਸ਼ਰ ਹੈ ਨਹੀਂ ਕਹਿੰਦਾ ਤਦ ਉਸ ਨੇ ਉੱਤਰ ਨਹੀਂ ਦਿੱਤਾ। ਇਹ ਇਸ ਕਰਕੇ ਹੈ ਕਿਉਂਕਿ ਆਪ ਸਮਝਦੇ ਨਹੀਂ ਹੋ ਪਰਮੇਸ਼ਰ ਕੋਲ ਇੱਕ ਨਾਲੋਂ ਵੱਧ ਉੱਤਰ ਹਨ। ਕਦੇ-ਕਦੇ ਉਹ ਹਾਂ ਨਹੀਂ ਆਖਦਾ, ਕਦੇ-ਕਦੇ ਉਹ ਆਖਦਾ ਹੈ ਇੰਤਜ਼ਾਰ ਕਰੋ, ਕਦੇ-ਕਦੇ ਉਹ ਆਖਦਾ ਹੈ ਨਹੀਂ। ਆਪ ਵਿੱਚੋਂ ਕਿੰਨੇ ਕੁ ਇਸ ਕਰਕੇ ਖੁਸ਼ ਹਨ ਕਿ ਪਰਮੇਸ਼ਰ ਨੇ ਉਹਨਾਂ ਨੂੰ ਕੁਝ ਚੀਜ਼ਾਂ ਨੂੰ ਨਾ ਕਰ ਦਿੱਤੀ ਸੀ ਜੋ ਆਪ ਨੇ ਆਪਣੇ ਜੀਵਨ ਭਰ ਵਿੱਚ ਮੰਗੀਆਂ ਸਨ। ਇਸੇ ਤਰ੍ਹਾਂ 3 ਵਾਰ ਪੌਲੁਸ ਆਖਦਾ ਹੈ ਪ੍ਰਭੂ ਇਸ ਨੂੰ ਮੇਰੇ ਤੋਂ ਦੂਰ ਕਰ ਦੇ ਅਤੇ 3 ਵਾਰ ਪ੍ਰਭੂ ਆਖਦਾ ਹੈ ਨਹੀਂ। ਮਸੀਹ ਜੀਵਨ ਵਿੱਚ ਕਿਰਪਾ ਦੀ ਜ਼ਰੂਰਤ ਤੋਂ ਬਾਅਦ ਕਿਰਪਾ ਦਾ ਸਰੋਤ ਆਉਂਦਾ ਹੈ। ਗੌਰ ਕਰੋ ਦੂਸਰਾ ਕਰੰਥੀਆਂ ਦੀ ਪੱਤਰੀ 12 ਦੇ 8 ਔਰ 9 ਦੇ ਵਚਨ ਹਨ, ਇਹਦੇ ਲਈ ਮੈਂ ਪ੍ਰਭੂ ਅੱਗੇ 3 ਵਾਰ ਬੇਨਤੀ ਕੀਤੀ, ਭਾਈ ਇਹ ਮੇਰੇ ਤੋਂ ਦੂਰ ਹੋ ਜਾਵੇ ਅਤੇ ਉਸ ਨੇ ਮੈਨੂੰ ਆਖਿਆ, ਭਾਈ ਮੇਰੀ ਕਿਰਪਾ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਾਮਰਥ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਨਹੀਂ, ਪਰਮੇਸ਼ਰ ਨੇ ਪੌਲੁਸ ਦਾ ਕੰਡਾ ਨਹੀਂ ਹਟਾਇਆ ਅਤੇ ਨਾ ਹੀ ਉਸ ਦਾ ਦਰਦ ਦੂਰ ਕੀਤਾ। ਅਰਥ ਇਹ ਹੈ ਪਰਮੇਸ਼ਰ ਨੇ ਪੌਲੁਸ ਦੀ ਪ੍ਰਾਰਥਨਾ ਦਾ ਉੱਤਰ ਨਹੀਂ ਸੀ ਦਿੱਤਾ। ਪੌਲੁਸ ਨੇ ਪ੍ਰਾਰਥਨਾ ਕੀਤੀ ਸੀ ਕਿ ਉਸ ਦਾ ਕੰਡਾ ਉਸ ਤੋਂ ਦੂਰ ਕੀਤਾ ਜਾਵੇ ਅਤੇ ਇਸ ਨੂੰ ਦੂਰ ਕਰਨ ਦੀ ਬਜਾਏ ਪਰਮੇਸ਼ਰ ਨੇ ਆਖਿਆ ਸੀ ਨਹੀਂ, ਮੈਂ ਇਹਨੂੰ ਨਹੀਂ ਦੂਰ ਕਰਾਂਗਾ, ਮੈਂ ਤਾਂ ਬਸ ਤੈਨੂੰ ਕਿਰਪਾ ਬਖਸ਼ਣ ਜਾ ਰਿਹਾ ਹਾਂ ਜਿਸ ਦੀ ਜ਼ਰੂਰਤ ਤੈਨੂੰ ਇਸ ਸਮੇਂ ਵਿੱਚੋਂ ਗੁਜ਼ਰਨ ਲਈ। ਅਤੇ 9 ਐਤ ਪਰਮੇਸ਼ਰ ਦੇ ਬਾਰੇ ਇਹ ਆਖਦੀ ਹੈ ਕਿਰਪਾ ਹੀ ਤੇਰੇ ਲਈ ਬਥੇਰੀ ਹੈ। ਬਥੇਰੀ ਹੈ ਸ਼ਬਦ ਵਰਤਮਾਨ ਨਾਲ ਵਿੱਚ ਲਿਖਿਆ ਗਿਆ ਹੈ। ਇਸ ਦਾ ਅਰਥ ਹੁੰਦਾ ਹੈ ਪਰਮੇਸ਼ਰ ਦੀ ਕਿਰਪਾ ਸਾਡੇ ਪ੍ਰਤਿਆਵਿਆਂ ਲਈ ਹਰੇਕ ਸਥਿਤੀ ਵਿੱਚ ਪਰਮੇਸ਼ਰ ਦੇ ਕਿਸੇ ਵੀ ਬਾਲਕ ਲਈ ਕਿਸੇ ਵੀ ਸਮੇਂ ਕਾਫੀ ਹੈ। ਇਹ ਹਮੇਸ਼ਾ ਹੀ ਬਥੇਰੀ ਹੁੰਦੀ ਹੈ। ਇਸ ਨੂੰ ਜਰਾ ਆਪਣੀ ਕਾਪੀ ਵਿੱਚ ਲਿਖ ਲਓ, ਇਸ ਨੂੰ ਨੇਚਾ ਨਾਲ ਕਬੂਲ ਕਰ ਲਓ। ਪਰਮੇਸ਼ਰ ਦੀ ਕਿਰਪਾ ਆਪ ਜਿਸ ਸਥਿਤੀ ਵਿੱਚ ਵੀ ਗੁਜ਼ਰ ਰਹੇ ਹੋ ਇਸ ਨਾਲ ਕੋਈ ਫਰਕ ਨਹੀਂ। ਇਹ ਭਾਵੇਂ ਕੁਝ ਵੀ ਹੋਵੇ, ਇਹ ਉਸ ਦੇ ਤੁਕ ਨਹੀਂ ਹੈ, ਉਸ ਦੀ ਕਿਰਪਾ ਕਾਫੀ ਹੈ। ਦੂਸਰੀ ਕਰੰਥੀਆਂ ਦੀ ਪੱਤਰੀ 9 ਅਧਿਆਇ 8 ਵਿੱਚ
ਪਾਲੂਸ ਆਖਦਾ ਹੈ, ਅਤੇ ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ। ਭਾਈ, ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ। ਪਰਮੇਸ਼ਰ ਦੀ ਕਿਰਪਾ ਦੀ ਕਿੰਨੀ ਵੀ ਬਹੁਤਾਤ ਹੈ, ਇਹ ਤਾਂ ਪੂਰੀ ਤਰ੍ਹਾਂ ਬਹੁਤਾਤ ਵਿੱਚ ਹੈ। ਇਹ ਸਾਡੀ ਹਰ ਸਹੂਲਤ ਨੂੰ ਪੂਰਾ ਕਰੇਗੀ। ਹੁਣ ਅਤੇ ਭਾਵ ਕੀ ਹੈ? ਪਰਮੇਸ਼ਰ ਦੇ ਦਿਲ ਵਿੱਚ ਸਾਨੂੰ ਸਾਰਿਆਂ ਨੂੰ ਪਿਆਰ ਕਰਨਾ ਅਤੇ ਬਚਾਉਣਾ ਅਤੇ ਸੰਭਾਲ ਕੇ ਰੱਖਣ ਦੀ ਅਨੰਤ ਕਾਲ ਦੀ ਯੋਜਨਾ ਹੈ। ਪਰਮੇਸ਼ਰ ਦੀ ਕਿਰਪਾ ਹਰ ਪਾਪੀ ਲਈ ਕਾਫੀ ਹੈ, ਅਤੇ ਫਿਰ ਇਸ ਤੋਂ ਬਾਅਦ ਵੀ ਹੋਰ ਬਾਕੀ ਹੈ। ਪਰਮੇਸ਼ਰ ਦੀ ਮੁਕਤੀ ਵੱਡੇ ਆਕਾਰ ਦੀ ਮੁਕਤੀ ਹੈ। ਜੇਕਰ ਮੈਂ ਇੰਨਾ ਜ਼ਿਆਦਾ ਵੀ ਸੰਸਾਰਿਕ ਹੋਵਾਂ, ਇਹ ਇਸ ਤੋਂ ਵੀ ਵੱਡੀ ਮੁਕਤੀ ਹੈ। ਆਪ ਜਿੱਥੇ ਵੀ ਜਾਂਦੇ ਹੋ, ਵੱਡੀ ਚੀਜ਼ ਹੀ ਭਾਲਦੇ ਹੋ। ਨਹੀਂ, ਮੈਂ ਤਾਂ ਵੱਡਾ ਚਾਹੁੰਦਾ ਹਾਂ। ਵੱਡਾ ਆਕਾਰ ਦੀ ਮੁਕਤੀ, ਇਹ ਨਾ ਹਿਲਾਈ ਜਾ ਸਕਣ ਵਾਲੀ ਹੈ, ਨਾ ਧੋਖਾ ਦੇਣ ਵਾਲੀ ਹੈ, ਨਾ ਟੁੱਟਣ ਵਾਲੀ ਹੈ, ਅਤੇ ਇਹ ਕਾਫੀ ਹੈ। ਇਹ ਪਰਮੇਸ਼ਰ ਦੀ ਕਿਰਪਾ ਹੈ। ਇਸ ਕਰਕੇ ਇਹ ਕੁਝ ਵੀ ਹੋਵੇ ਜਿਸ ਵਿੱਚੋਂ ਆਪ ਗੁਜ਼ਰ ਰਹੇ ਹੋ, ਇਹ ਇਸ ਵਕਤ ਕਿੰਨੀ ਵੀ ਮੁਸ਼ਕਲ ਜਾਪਦੀ ਹੋ ਸਕਦਾ ਹੈ ਕਿ ਪਰਮੇਸ਼ਰ ਇਸ ਨੂੰ ਦੂਰ ਨਾ ਕਰ ਰਿਹਾ ਹੋਵੇ, ਪਰ ਉਸ ਨੇ ਆਪ ਦੇ ਨਾਲ ਇਸ ਵਿੱਚ ਗੁਜ਼ਰਨ ਲਈ ਆਪ ਨੂੰ ਕਿਰਪਾ ਬਖਸ਼ਣ ਦਾ ਵਾਅਦਾ ਕੀਤਾ ਹੈ, ਅਤੇ ਉਹ ਕਦੇ ਵੀ ਆਪਣੇ ਵਾਅਦਿਆਂ ਤੋਂ ਪਿੱਛੇ ਨਹੀਂ ਹਟੇਗਾ। ਪਰਮੇਸ਼ਰ ਆਪਣੇ ਆਪ ਤੋਂ ਕਦੇ ਵੀ ਵੱਧ ਕੇ ਵਾਅਦੇ ਨਹੀਂ ਕਰਦਾ। ਉਹ ਹਮੇਸ਼ਾ ਹੀ ਉਹੀ ਕਰਦਾ ਹੈ ਜੋ ਉਹ ਆਖਦਾ ਹੈ। ਅਤੇ ਅੱਜ ਮੈਂ ਆਪ ਨੂੰ ਪਰਮੇਸ਼ਰ ਦੀ ਬਾਣੀ ਦੀ ਇਖਤਿਆਰ ਨਾਲ ਦੱਸ ਸਕਦਾ ਹਾਂ ਕਿ ਆਪ ਦੀ ਮੁਸ਼ਕਲ ਲਈ ਸਰੋਤ ਪਰਮੇਸ਼ਰ ਦੀ ਕਿਰਪਾ ਹੈ, ਅਤੇ ਇਹ ਕਾਫੀ ਹੈ। ਮੇਰੇ ਜੀਵਨ ਵਿੱਚ ਆਏ ਇੱਕ ਖਾਸ ਮੁਸ਼ਕਲ ਸਮੇਂ ਦੇ ਅੰਤ ਵਿੱਚ ਇਹ ਆਖਣਾ ਮੈਨੂੰ ਯਾਦ ਹੈ ਕਿ ਜੋ ਮੈਂ ਜਾਣਿਆ ਸੀ ਉਹ ਇਹ ਸੀ ਕਿ ਪਰਮੇਸ਼ਰ ਕਾਫੀ ਹੈ। ਇਸ ਨੂੰ ਉੱਚੀ ਆਵਾਜ਼ ਵਿੱਚ ਆਖੋ, ਪਰਮੇਸ਼ਰ ਸਾਡੇ ਲਈ ਕਾਫੀ ਹੈ। ਉਸ ਦੀ ਕਿਰਪਾ ਸਾਡੇ ਲਈ ਕਾਫੀ ਹੈ। ਇਸ ਤੋਂ ਬਾਅਦ ਤੀਸਰੀ ਗੱਲ ਜਿਸ ਬਾਰੇ ਅਸੀਂ ਗੌਰ ਕਰਨ ਜਾ ਰਹੇ ਹਾਂ, ਮਸੀਹੀ ਜੀਵਨ ਵਿੱਚ ਕਿਰਪਾ ਦਾ ਨਤੀਜਾ। ਦੂਸਰਾ ਕਰੰਥੀਆਂ 12 ਅਧਿਆਇ 9 ਔਰ 10 ਵਚਨ। ਹੁਣ ਸਿਰਫ ਮਸੀਹ ਜੀਵਨ ਵਾਸਤੇ ਕਿਰਪਾ ਦੀ ਜ਼ਰੂਰਤ ਉੱਤੇ ਹੀ ਗੌਰ ਨਾ ਕਰੋ, ਅਤੇ ਕਿਰਪਾ ਦੇ ਸਰੋਤਾਂ ਉੱਤੇ ਹੀ ਨਹੀਂ, ਬਲਕਿ ਆਓ ਅਸੀਂ ਇਸ ਦੇ ਨਤੀਜੇ ਉੱਤੇ ਗੌਰ ਕਰੀਏ। ਜਦੋਂ ਪਰਮੇਸ਼ਰ ਸਾਨੂੰ ਆਪਣੀ ਕਿਰਪਾ ਬਖਸ਼ਦਾ ਹੈ, ਤਦ ਵੀ ਵਰਤਦਾ ਹੈ, ਅਤੇ ਜਦੋਂ ਅਸੀਂ ਇਹ ਸਮਝਣਾ ਆਰੰਭ ਕਰਦੇ ਹਾਂ ਅਤੇ ਇਸ ਨੂੰ ਮਿਲਾਉਂਦੇ ਹਾਂ, ਤਦ ਅਸੀਂ ਆਪਣੀਆਂ ਸਮੱਸਿਆ ਤੋਂ ਪਰੇ ਭੱਜਣ ਲਈ ਜ਼ਿਆਦਾ ਚਿੰਤਤ ਨਹੀਂ ਹੋਵਾਂਗੇ। ਜੋ ਅਸਲ ਵਿੱਚ ਆਪ ਕਿਸੇ ਤਰ੍ਹਾਂ ਦੀ ਵੀ ਗਲਤੀ ਨਹੀਂ ਕਰੋਗੇ, ਪਰ ਆਪ ਇਹ ਨਹੀਂ ਕਰ ਸਕਦੇ। ਸਾਡੀ ਕਿਰਪਾ ਦੇ ਸਰੋਤ ਉੱਤੇ ਗੌਰ ਕਰੋ ਅਤੇ ਮਸੀਹ ਜੀਵਨ ਵਿੱਚ ਇਸ ਦਾ ਸਿੱਟਾ ਕੀ ਹੁੰਦਾ ਹੈ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਪਰਮੇਸ਼ਰ ਦੀ ਕਿਰਪਾ ਸ਼ਕਤੀ ਪੈਦਾ ਕਰਦੀ ਹੈ। ਦੂਸਰਾ ਕਰੰਥੀਆਂ ਦੀ ਪੱਤਰੀ 12 ਅਧਿਆਇ 9 ਦੇ 10 ਵਚਨ ਆਖਦੇ ਹਨ, ਪੌਲੁਸ ਆਖਦਾ ਹੈ, ਅਤੇ ਉਸ ਨੇ ਮੈਨੂੰ ਆਖਿਆ, ਭਾਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਾਮਰਥ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਨਾਲ ਅਭਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਾਮਰਥ ਮੇਰੇ ਉੱਤੇ ਸਾਇਆ ਕਰੇ। ਇਸ ਕਾਰਨ ਮੈਂ ਮਸੀਹ ਦੇ ਲਈ ਨਿਰਬਲਤਾਈਆਂ ਉੱਤੇ, ਮਿਹਣਿਆਂ ਉੱਤੇ, ਤੰਗੀਆਂ ਉੱਤੇ, ਸਤਾਏ ਜਾਣ ਉੱਤੇ, ਸੰਕਟਾਂ ਉੱਤੇ ਪ੍ਰਸੰਨ ਹਾਂ, ਕਿਉਂ ਜੋ ਮੈਂ ਨਿਰਬਲ ਹੁੰਦਾ ਹਾਂ, ਤਦੋਂ ਹੀ ਪਰਮੇਸ਼ਰ ਦੀ ਸਾਮਰਥ ਮੇਰੇ ਵਿੱਚ ਪੂਰੀ ਹੁੰਦੀ ਹੈ। ਹੁਣ ਇਹ ਤਾਂ ਕਪਟਪੂਰਨ ਗੱਲ ਹੈ ਜੇਕਰ ਮੈਂ ਕਦੇ ਵੀ ਇਸ ਨੂੰ ਸਮਝਿਆ ਹੋਵੇ, ਪਰ ਇਸ ਨੂੰ ਉੱਚੀ ਆਵਾਜ਼ ਵਿੱਚ ਆਖੋ, ਜਦੋਂ ਮੈਂ ਕਮਜ਼ੋਰ ਹੁੰਦਾ ਹਾਂ ਉਦੋਂ ਹੀ ਮੈਂ ਸਾਮਰਥੀ ਹੁੰਦਾ ਹਾਂ। ਪੌਲੁਸ ਆਪਣੀ ਇਸ ਵਿਆਖਿਆ ਵਿੱਚ ਉਹ ਆਖਦਾ ਹੈ, ਇਹ ਅਰਥ ਹੈ, ਪੌਲੁਸ ਨੇ ਇਹ ਸਮਝ ਲਿਆ ਸੀ ਕਿ ਉਸ ਦੇ ਮਾਸ ਵਿੱਚ ਜੋ ਕੰਡਾ ਚੁਭਿਆ ਗਿਆ ਸੀ, ਉਹ ਤਾਂ ਉਸ ਦੇ ਜੀਵਨ ਵਿੱਚ ਪਰਮੇਸ਼ਰ ਦਾ ਕਾਰਜ ਹੋ ਰਿਹਾ ਸੀ, ਅਤੇ ਪਰਮੇਸ਼ਰ ਨੇ ਜੋ ਪੌਲੁਸ ਨੂੰ ਆਖਿਆ ਸੀ ਉਹ ਕੁਝ ਇਸ ਤਰ੍ਹਾਂ ਸੀ, ਪੌਲੁਸ ਤੂੰ ਆਪਣਾ ਕਾਰਜ ਕਿਰਪਾ ਤੋਂ ਬਿਨਾਂ ਨਹੀਂ ਕਰ ਰਿਹਾ, ਤੂੰ ਮੇਰੀ ਸਾਮਰਥ ਤੋਂ ਬਿਨਾਂ ਮੇਰਾ ਰਾਜਦੂਤ ਨਹੀਂ ਹੋਵੇਗਾ। ਤੇਰੀ ਨਿਰਬਲਤਾਈਆਂ ਪਰਮੇਸ਼ਵਰ ਦੀ ਸਮਰਥਾ ਦੇ ਭੇਦ ਨੂੰ ਚਮਕਾਉਣ ਲਈ ਕਾਰਜ ਇਸ ਤਰ੍ਹਾਂ ਕਰੇਗੀ ਕਿ ਕੋਈ ਵੀ ਕਦੇ ਵੀ ਆਪ ਦੀ ਮਨੁੱਖੀ ਸ਼ਬਦਾਂ ਵਿੱਚ ਵਿਆਖਿਆ ਦੁਆਰਾ ਨਹੀਂ ਕਰ ਸਕੇਗਾ। ਉਹ ਤੇਰੇ ਅੰਦਰ ਕੁਝ ਅਜਿਹਾ ਵੇਖੇਗਾ ਜਿਸ ਨੂੰ ਸਮਝਣਾ ਅਤੇ ਇਸ ਦੀ ਵਿਆਖਿਆ ਕਰਨੀ ਸੰਭਵ ਨਹੀਂ ਹੋਵੇਗੀ। ਉਹ ਤਾਂ ਤੇਰੀ ਨਿਰਬਲਤਾਈਆਂ ਸਮਝੇਗਾ ਅਤੇ ਫਿਰ ਵੀ ਤੇਰੀ ਨਿਰਬਲਤਾਈ ਦੇ ਰਾਹੀਂ ਉਹ ਮੇਰੀ ਬੇਨਤੀ ਨੂੰ ਸੁਣੇਗਾ ਅਤੇ ਸ਼ਕਤੀ ਦੇਵੇਗਾ। ਮੈਂ ਪੌਲੁਸ ਦੀ ਸ਼ਖਸੀਅਤ ਨੂੰ ਜ਼ਿਆਦਾ ਜਾਣਦੇ ਹੋਏ ਜਾਣਦਾ ਹਾਂ। ਥੋੜੇ ਸੰਕੇਤ ਜੋ ਬਾਈਬਲ ਵਿੱਚ ਸਾਨੂੰ ਮਿਲਦੇ ਹਨ, ਉਹ ਇਸ ਲਈ ਵੱਡੀ ਮਹਾਨਤਾ ਅਤੇ ਕਿਰਪਾ ਲਈ ਸ਼ਖਸੀਅਤ ਹੋਣ ਲਈ ਜ਼ਿਆਦਾ ਉਤਸ਼ਾਹਪੂਰਨ ਨਹੀਂ ਹੁੰਦੇ ਹਨ। ਉਹ ਛੋਟੇ ਆਕਾਰ ਦਾ ਸੀ। ਕੁਝ ਸੋਚਦੇ ਹਨ ਕਿ ਉਹ ਗੰਜਾ ਸੀ,
ਕੁਝ ਸ਼ਾਇਦ ਉਸ ਦੇ ਮਾਸ ਵਿੱਚ ਚੁਭਿਆ ਹੋਇਆ ਕੰਡਾ ਸੀ ਕਿ ਉਹ ਚੰਗੀ ਤਰ੍ਹਾਂ ਵੇਖ ਨਹੀਂ ਸੀ ਸਕਦਾ। ਇਸ ਦਾ ਕੁਝ ਸਬੂਤ ਵੀ ਮਿਲਦਾ ਹੈ। ਜੇਕਰ ਆਪ ਪਾਲੂਸ ਨੂੰ ਕਿਸੇ ਵੀ ਭੀੜ ਦੇ ਵਿਚਕਾਰ ਮਿਲੋ ਤਦ ਆਪ ਨੂੰ ਕਦੇ ਵੀ ਇਸ ਕਾਰਜ ਲਈ ਨਹੀਂ ਚੁਣਦੇ ਕਿ ਉਹ ਪ੍ਰਭੂ ਦੇ ਲਈ ਇੱਕ ਮਹਾਨ ਕਾਰਜ ਕਰਨ ਵਾਲਾ ਹੋਵੇ। ਪਰ ਫਿਰ ਵੀ ਅੱਜ ਆਪ ਵਾਸਤੇ ਪਾਲੂਸ ਨੂੰ ਇੱਕ ਇਹੋ ਜਿਹੇ ਵਿਅਕਤੀ ਵਜੋਂ ਪੇਸ਼ ਕਰਨ ਜਾ ਰਹੇ ਹਾਂ ਕਿ ਉਹ ਯਿਸੂ ਮਸੀਹ ਤੋਂ ਬਗੈਰ ਸਭ ਤੋਂ ਵੱਧ ਮਹੱਤਵਪੂਰਨ ਮਨੁੱਖ ਸੀ ਜੋ ਧਰਤੀ ਉੱਤੇ ਚੱਲਿਆ ਹੋਵੇ। ਉਸ ਬਾਰੇ ਅਜਿਹਾ ਸੀ ਕਿ ਇਹ ਤਾਂ ਅਸਲੀਅਤ ਸੀ ਕਿ ਬਾਹਰੀ ਤੌਰ ਉਹ ਕਮਜ਼ੋਰ ਸੀ ਅਤੇ ਉਹ ਅਸਲ ਵਿੱਚੋਂ ਕੋਈ ਇਹੋ ਜਿਹਾ ਵਿਅਕਤੀ ਨਹੀਂ ਸੀ ਜਿਸ ਕੋਲ ਆਪ ਇਸ ਕਰਕੇ ਜਾਂਦੇ ਹੋ ਕਿਉਂਕਿ ਆਪ ਨੂੰ ਕਿਸੇ ਦੀ ਭਾਲ ਨਹੀਂ ਸੀ। ਅਤੇ ਫਿਰ ਇਸ ਟੁੱਟੇ ਹੋਏ ਇਨਸਾਨ ਵਿੱਚੋਂ ਉਸ ਦੁਆਰਾ ਸਹੀਆਂ ਸਾਰੀਆਂ ਜਦੋਂ ਜਹੀਆਂ ਅਤੇ ਸਮੱਸਿਆ ਦੇ ਸਮੇਤ ਪਰਮੇਸ਼ਰ ਦੀ ਕਿਰਪਾ ਨੇ ਉਸ ਨੂੰ ਇੱਥੋਂ ਤੱਕ ਉੱਪਰ ਚੁੱਕਿਆ ਕਿ ਉਸ ਦੀ ਨਿਰਬਲਤਾਈ ਦੇ ਰਾਹੀਂ ਉਹ ਬਲਵੰਤ ਬਣ ਗਿਆ ਸੀ। ਆਪ ਵਿੱਚੋਂ ਕਿੰਨੇ ਕੁ ਇਹ ਜਾਣਦੇ ਹਨ ਕਿ ਭਾਵੇਂ ਉਹ ਜਦੋਂ ਵੀ ਆਪ ਕਿਸੇ ਮੁਸੀਬਤ ਪ੍ਰੀਖਿਆ ਵਿੱਚੋਂ ਗੁਜ਼ਰਿਆ ਤਦ ਪਰਮੇਸ਼ਰ ਆਪ ਲਈ ਇਸੇ ਤਰ੍ਹਾਂ ਇੰਤਜ਼ਾਮ ਕਰਦਾ ਹੈ ਜਿਸ ਤਰ੍ਹਾਂ ਉਸਨੇ ਪਾਲੂਸ ਲਈ ਕੀਤਾ। ਇਸ ਨੂੰ ਪਹਿਲਾਂ ਕਦੇ ਵੀ ਮਹਿਸੂਸ ਨਹੀਂ ਸੀ ਕੀਤਾ ਅਤੇ ਫਿਰ ਆਪ ਇੱਕ ਨਿਯਮ ਦੀ ਅੰਦਰੂਨੀ ਸਮਰਥ ਨੂੰ ਮਹਿਸੂਸ ਕਰਦੇ ਹੋ ਜਿਸ ਤਰ੍ਹਾਂ ਵਿਆਖਿਆ ਕਰਨੀ ਸਾਡੇ ਲਈ ਹੈ। ਆਪ ਨਹੀਂ ਜਾਣਦੇ, ਪਿਛਲੇ ਹਫ਼ਤੇ ਦੀ ਗੱਲ ਹੈ ਕਿ ਮੈਂ ਅਤੇ ਮੇਰੀ ਪਤਨੀ ਇੱਕ ਹੋਟਲ ਵਿੱਚ ਸ਼ਾਮ ਦਾ ਖਾਣਾ ਖਾ ਰਹੇ ਸੀ ਅਤੇ ਫੋਨ ਦੀ ਘੰਟੀ ਵੱਜੇ। ਇਹ ਮੇਰਾ ਇੱਕ ਦੋਸਤ ਸੀ, ਸੱਚਮੁੱਚ ਮੇਰਾ ਬਹੁਤ ਹੀ ਨਜ਼ਦੀਕੀ ਦੋਸਤ ਜੋ ਆਪਣੇ ਜੀਵਨ ਵਿੱਚ ਇੱਕ ਮੁਸ਼ਕਿਲ ਘੜੀ ਵਿੱਚ ਗੁਜ਼ਰ ਰਿਹਾ ਸੀ। ਅਤੇ ਮੈਂ ਵੇਖਿਆ ਔਰ ਮੈਂ ਖਾਂਦੇ ਵਕਤ ਖੁਦ ਨਾ ਹੋਣ ਲਈ ਆਪਣੇ ਆਪ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸਨੇ ਆਪਣੇ ਦਰਦ ਦੀ ਕਹਾਣੀ ਦੱਸੀ, ਆਰੰਭ ਕੀਤੀ ਜੋ ਉਸ ਦੇ ਜੀਵਨ ਵਿੱਚ ਜਾਰੀ ਸੀ। ਇਸ ਦਾ ਕੋਈ ਜਵਾਬ ਨਹੀਂ ਸੀ ਜਾਪਦਾ, ਇਸ ਕਰਕੇ ਮੈਂ ਸਿਰਫ ਉਸ ਨੂੰ ਹੌਸਲਾ ਦਿੱਤਾ ਅਤੇ ਉਸ ਨੂੰ ਦੱਸਿਆ ਕਿ ਅਸੀਂ ਉਸ ਵਾਸਤੇ ਪ੍ਰਾਰਥਨਾ ਕਰਾਂਗੇ। ਫਿਰ ਮੈਂ ਉਹਦੇ ਕੋਲ ਉਸ ਨੂੰ ਫੋਨ ਕੀਤਾ ਅਤੇ ਉਸ ਨੇ ਆਖਿਆ, ਪਾਸਵਾਨ ਸਾਹਿਬਾਂ, ਤੁਹਾਨੂੰ ਪਤਾ ਹੈ ਸਭ ਤੋਂ ਅਨੋਖੀ ਚੀਜ਼ ਵਾਪਰੀ ਅੱਜ ਇੱਕ ਮਹਾਨ ਦਿਨ ਹੈ ਅਤੇ ਮੇਰੀ ਪਤਨੀ ਨੇ ਸਾਡੀਆਂ ਜ਼ਿੰਦਗੀਆਂ ਵਿੱਚ ਇੱਕ ਖਾਸ ਤਰੀਕੇ ਨਾਲ ਪਰਮੇਸ਼ਰ ਦੀ ਹਜ਼ੂਰੀ ਦਾ ਅਨੁਭਵ ਕੀਤਾ ਹੈ। ਸਾਡੀ ਹਾਲਤ ਵਿੱਚ ਕੁਝ ਵੀ ਤਬਦੀਲੀ ਨਹੀਂ ਆਈ ਪਰ ਪਰਮੇਸ਼ਰ ਨੇ ਬਸ ਆਪਣੀ ਕਿਰਪਾ ਸਾਨੂੰ ਬਖਸ਼ੀ ਹੈ। ਪ੍ਰਭੂ ਤੋਂ ਠੀਕ ਇਸੇ ਤਰ੍ਹਾਂ ਹੀ ਕਰਦਾ ਹੈ। ਸਾਡੇ ਹਾਲਾਤ ਦੇ ਠੀਕ ਵਿਚਕਾਰ ਜਦੋਂ ਅਸੀਂ ਉੱਤਰ ਨਹੀਂ ਜਾਣਦੇ, ਜਦੋਂ ਅਸੀਂ ਨਹੀਂ ਜਾਣਦੇ ਕੀ ਕਰੀਏ, ਤਦ ਪਰਮੇਸ਼ਰ ਬਸ ਆਪਣੀ ਕਿਰਪਾ ਸਾਨੂੰ ਬਖਸ਼ਦਾ ਹੈ ਤਾਂ ਕਿ ਇਸ ਵਿੱਚੋਂ ਅਸੀਂ ਗੁਜ਼ਰ ਸਕੀਏ ਅਤੇ ਉਹ ਮਹਿਮਾ ਪਾਉਂਦਾ ਹੈ। ਪਰਮੇਸ਼ਰ ਦੀ ਕਿਰਪਾ ਦੇ ਸਿੱਟਿਆਂ ਵਿੱਚੋਂ ਇੱਕ ਇਹ ਹੈ ਕਿ ਅਸੀਂ ਜ਼ਿਆਦਾ ਬਲ ਪਾਉਂਦੇ ਹਾਂ। ਜੌਨ ਮਕਾਰਥਰ ਦੂਸਰਾ ਕਰੰਥੀਆਂ ਦੀ ਪੱਤਰੀ ਬਾਰੇ ਲਿਖੇ ਗਏ ਆਪਣੇ ਸਟੀਕ ਵਿੱਚ ਇੱਕ ਬਹੁਤ ਹੀ ਅਦਭੁਤ ਬਿਆਨ ਕਰਦਾ ਹੈ। ਉਹ ਆਖਦਾ ਹੈ ਕਿ ਪਰਮੇਸ਼ਰ ਦੇ ਰਾਜ ਵਿੱਚ ਪਰਮੇਸ਼ਰ ਦੀ ਸਾਮਰਥ ਦਾ ਅਨੁਭਵ ਕਰਨ ਲਈ ਕੋਈ ਵੀ ਬਹੁਤ ਜ਼ਿਆਦਾ ਕਮਜ਼ੋਰ ਨਹੀਂ ਹੈ, ਪਰ ਬਹੁਤ ਹਨ ਜੋ ਆਪਣੀ ਖੁਦ ਦੀ ਸ਼ਕਤੀ ਵਿੱਚ ਹੀ ਬਹੁਤ ਨਿਸ਼ਚਿੰਤ ਹਨ। ਸਰੀਰਕ ਕਸ਼ਟ, ਮਾਨਸਿਕ ਸੁਭਾਅ, ਨਿਰਾਸ਼ਾ, ਅਧੂਰੇਪਨ ਅਤੇ ਅਮਰਤਿਕ ਵਿਸ਼ਵਾਸੀਆਂ ਦੇ ਜੀਵਨਾਂ ਵਿੱਚ ਅਸ਼ੁੱਧਤਾਈ ਨੂੰ ਨਿਚੋੜ ਕੇ ਉਹਨਾਂ ਨੂੰ ਸ਼ੁੱਧ ਸੋਤੇ ਵੱਲ ਦਿੰਦਾ ਹੈ ਜਿਨ੍ਹਾਂ ਵਿੱਚ ਪਰਮੇਸ਼ਰ ਦੀ ਸਾਮਰਥ ਬਸ ਸਕਦੀ ਹੈ। ਆਪ ਜਾਣਦੇ ਹੋ ਕਿ ਸਾਡੇ ਵਿੱਚ ਬਹੁਤਿਆਂ ਨਾਲ ਸਮੱਸਿਆ ਇਹ ਹੈ ਕਿ ਅਸੀਂ ਨਾਲ ਚੱਲਦਿਆਂ ਅਸੀਂ ਸੋਚਦੇ ਹਾਂ ਕਿ ਅਸੀਂ ਇਕੱਲੇ ਹਾਂ। ਸੱਚਮੁੱਚ ਅਸੀਂ ਇਕੱਲੇ ਨਹੀਂ ਹਾਂ, ਅਸੀਂ ਆਪਣੇ ਹੀ ਕਾਰਜ ਕਰ ਰਹੇ ਹਾਂ। ਇਹ ਸਭ ਸਾਡੀ ਆਪਣੀ ਹੀ ਸ਼ਕਤੀ ਵਿੱਚ ਹੋ ਕੇ ਸਾਡੀ ਆਪਣੀ ਹੀ ਮਹੱਤਤਾ ਵਿੱਚ ਮਦਹੋਸ਼ ਹੋ ਜਾਣਾ ਸਾਡੇ ਲਈ ਬਹੁਤ ਆਸਾਨ ਹੈ ਅਤੇ ਜਦੋਂ ਇਹ ਵਾਪਰਦਾ ਹੈ ਤਦ ਪਰਮੇਸ਼ਰ ਸਾਡੇ ਅੰਦਰ ਕਾਰਜ ਨਹੀਂ ਕਰ ਸਕਦਾ। ਜਦੋਂ ਅਸੀਂ ਸਭ ਆਪਣੇ ਬਾਰੇ ਹੀ ਹੋਈਏ ਤਦ ਅਸੀਂ ਪੂਰੀ ਤਰ੍ਹਾਂ ਉਸ ਬਾਰੇ ਨਹੀਂ ਸੋਚ ਸਕਦੇ। ਜਦੋਂ ਅਸੀਂ ਆਪਣਾ ਹੀ ਕਾਰਜ ਕਰ ਰਹੇ ਹਾਂ ਤਦ ਅਸੀਂ ਪਰਮੇਸ਼ਰ ਦਾ ਕਾਰਜ ਨਹੀਂ ਕਰ ਸਕਦੇ। ਇਸ ਕਰਕੇ ਜਦੋਂ ਅਸੀਂ ਸੋਚਦੇ ਹਾਂ ਕਿ ਅਸੀਂ ਸਭ ਤੋਂ ਵੱਧ ਸਾਮਰਥੀ ਹੁੰਦੇ ਹਾਂ, ਅਕਸਰ ਅਸੀਂ ਸਭ ਤੋਂ ਵੱਧ ਨਿਰਬਲ ਹੁੰਦੇ ਹਾਂ ਅਤੇ ਕਦੇ-ਕਦੇ ਜਦੋਂ ਅਸੀਂ ਆਪਣਿਆਂ ਸਭ ਤੋਂ ਵੱਧ ਨਿਰਬਲ ਸੋਚਦੇ ਹਾਂ ਤਦ ਅਸੀਂ ਸਭ ਤੋਂ ਵੱਧ ਸਾਮਰਥੀ ਹੁੰਦੇ ਹਾਂ। ਮੈਨੂੰ ਯਾਦ ਹੈ ਜਦੋਂ ਮੈਂ ਕਈ ਹਫ਼ਤਿਆਂ ਬਾਅਦ ਵਾਪਸ ਆਪਣੇ ਘਰ ਆਇਆ ਅਤੇ ਮੈਂ ਕੁਝ ਸੱਚਮੁੱਚ ਕਠਿਨ ਇਲਾਜ ਕਰਵਾਇਆ ਸੀ ਅਤੇ ਮੈਂ ਨਹੀਂ ਸੀ ਜਾਣਦਾ ਜੇਕਰ ਮੈਂ ਹੁਣ ਆਪਣੇ ਆਪ ਨੂੰ ਇਹ ਸਭ ਦੱਸ ਵੀ ਸਕਦਾ ਹਾਂ ਪਰ ਮੈਂ ਬਹੁਤ ਤਰ੍ਹਾਂ ਬੋਲ ਨਹੀਂ ਸਕਦਾ। ਉਸ ਇਲਾਜ ਨੇ ਮੇਰਾ ਗਲਾ ਚੀਰ ਕੇ ਰੱਖ ਦਿੱਤਾ ਸੀ। ਮੇਰਾ ਗਲਾ ਤਾਂ ਸੱਚਮੁੱਚ ਇੱਕ ਬਹੁਤ ਹੀ ਖਰਾਬ ਗਲਾ ਸੀ ਅਤੇ ਮੈਂ ਹੁਣ ਉਹਨਾਂ ਟੇਪਾਂ ਨੂੰ ਸੁਣਦਾ ਹਾਂ ਅਤੇ ਸੋਚਦਾ ਹਾਂ ਕਿ ਤਾਂ ਬਹੁਤ ਹੀ ਅਫਸੋਸਪੂਰਨ ਸੀ। ਉਹ ਤਾਂ ਸੱਚਮੁੱਚ ਬਹੁਤ ਹੀ ਮਾੜਾ ਸੀ। ਮੈਂ ਬੋਲ ਨਹੀਂ ਸੀ ਸਕਿਆ
ਆਪ ਵਿੱਚੋਂ ਕੁਝ ਕੁ ਯਾਦ ਹੋ ਕਿ ਲਗਭਗ 6 ਹਫ਼ਤੇ ਜਾਂ ਇਸ ਤੋਂ ਵੀ ਲੰਬੇ ਸਮੇਂ ਲਈ ਮੈਂ ਬਿਨਾਂ ਰੋਇਆਂ ਪ੍ਰਾਰਥਨਾ ਨਹੀਂ ਸੀ ਕੀਤੀ, ਔਰ ਨਾ ਮੈਂ ਕਰ ਸਕਿਆ ਸੀ। ਮੈਂ ਆਪਣੀ ਪਤਨੀ ਨੂੰ ਘਰ ਆਖਦਾ ਹੁੰਦਾ ਸੀ, ਮੈਂ ਤਾਂ ਅੱਜ ਜਾਣਾ ਹੀ ਨਹੀਂ, ਕਿਉਂਕਿ ਮੈਂ ਬਹੁਤ ਜ਼ਿਆਦਾ ਨਿਰਾਸ਼ ਸੀ। ਹਰ ਵਾਰ ਜਦੋਂ ਵੀ ਮੈਂ ਪ੍ਰਾਰਥਨਾ ਕਰਨ ਨੂੰ ਉੱਠ ਖਲੋਂਦਾ ਸਾਂ, ਰੋਣਾ ਸ਼ੁਰੂ ਕਰ ਦਿੰਦਾ ਸਾਂ। ਮੈਂ ਰੋਣ ਵਾਲਾ ਨਹੀਂ ਹਾਂ। ਇਹ ਸਭ ਨੂੰ ਮੈਨੂੰ ਨਿਰਾਸ਼ ਕਰ ਦਿੱਤਾ ਸੀ ਅਤੇ ਮੈਂ ਇਸ ਤਰ੍ਹਾਂ ਕਰਨ ਤੋਂ ਆਪਣੇ ਆਪ ਨੂੰ ਰੋਕਣ ਲਈ ਸਭ ਕੁਝ ਦੀ ਕੋਸ਼ਿਸ਼ ਕੀਤੀ ਸੀ, ਪਰ ਮੈਂ ਇਸ ਤਰ੍ਹਾਂ ਨਹੀਂ ਸੀ ਕਰ ਸਕਿਆ। ਪਰਮੇਸ਼ਰ ਨੇ ਤਾਂ ਬਸ ਮੇਰੇ ਦਿਲ ਦੇ 2 ਟੁਕੜੇ ਕਰ ਦਿੱਤੇ ਸਨ। ਪਰ ਕੀ ਆਪ ਜਾਣਦੇ ਹੋ, ਪਰਮੇਸ਼ਰ ਉਸ ਦੌਰਾਨ ਮੇਰੇ ਟੁੱਟਣ ਦੇ ਰਾਹੀਂ ਕੁਝ ਮਹਾਨ ਕੰਮ ਕਰਨ ਜਾ ਰਿਹਾ ਸੀ। ਉਹ ਕੰਮ ਛੁਟਕਾਰੇ ਦਾ ਸੀ। ਕੋਸ਼ਿਸ਼ ਕੀਤੀ ਸੀ ਕਿ ਇਹ ਸੱਚ ਨਹੀਂ ਹੈ ਅਤੇ ਇਹ ਸਭ ਇਸੇ ਤਰ੍ਹਾਂ ਹੀ ਹੈ। ਆਪ ਵੇਖੋ ਕਿ ਜਦੋਂ ਆਪ ਸਭ ਤੋਂ ਵੱਧ ਨਿਰਬਲ ਹੁੰਦੇ ਹੋ, ਉਦੋਂ ਹੀ ਪਰਮੇਸ਼ਰ ਤੋੜਦਾ ਹੈ। ਅਗਲੀ ਗੱਲ ਜੋ ਅਸੀਂ ਸਿੱਖਾਂਗੇ ਉਹ ਇਹ ਹੈ ਕਿ ਪਰਮੇਸ਼ਰ ਦੀ ਕਿਰਪਾ ਨਜ਼ਰੀਆ ਪ੍ਰਦਾਨ ਕਰਦੀ ਹੈ। ਦੂਸਰਾ ਕਰੰਥੀਆਂ 4 ਦੇ 17 ਔਰ 18 ਦੇ ਵਚਨ ਹਨ। ਅਸੀਂ ਇਹਨਾਂ ਵਚਨਾਂ ਵਿੱਚ ਪੜ੍ਹਦੇ ਹਾਂ। ਆਓ ਮਿਲ ਕੇ ਉਸ ਉੱਤੇ ਗੌਰ ਕਰੀਏ। ਮੈਂ ਇਸ ਸਭ ਨੂੰ ਆਪਣੀ ਬਾਈਬਲ ਵਿੱਚ ਛੋਟੇ-ਛੋਟੇ ਤੀਰ ਲਗਾ ਕੇ ਨਿਸ਼ਾਨੀ ਲਗਾ ਲਈ ਹੈ। ਜ਼ਰੂਰੀ ਹੈ ਕਿ ਜਦੋਂ ਆਪ ਇਸ ਵਿੱਚੋਂ ਗੁਜ਼ਰ ਰਹੇ ਹੋਵੋ ਤਦ ਇਸ ਨੂੰ ਗੌਰ ਨਾਲ ਵੇਖ ਸਕੋ। ਜ਼ਰੂਰੀ ਹੈ ਕਿ ਆਪ ਵੀ ਇਸੇ ਤਰ੍ਹਾਂ ਕਰੋ, ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਛਿਨ ਭਰਦਾ ਹੀ ਹੈ, ਭਾਰੀ ਹੈ, ਸਗੋਂ ਅਤ ਭਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਅਸੀਂ ਦਿਸਣ ਵਾਲੀਆਂ ਵਸਤੂਆਂ ਨੂੰ ਨਹੀਂ, ਸਗੋਂ ਅਣਡਿੱਠੀਆਂ ਵਸਤੂਆਂ ਵੱਲ ਧਿਆਨ ਕਰਦੇ ਹਾਂ, ਕਿਉਂ ਜੋ ਦਿਸਣ ਵਾਲੀਆਂ ਵਸਤੂਆਂ ਅਨੰਤ ਹਨ, ਪਰ ਅਣਡਿੱਠੀਆਂ ਵਸਤੂਆਂ ਨਿਤ ਹਨ। ਦੋਸਤੋ, ਹੁਣ ਮੈਂ ਇਹ ਸਵਾਲ ਪੁੱਛਣ ਜਾ ਰਿਹਾ ਹਾਂ, ਸਾਡੀ ਦਰਦ ਨੂੰ ਹਟਾ ਦੇ ਕਿਉਂ ਨਹੀਂ? ਇਸ ਨਾਲ ਨਿਪਟਣਾ ਸਾਡੇ ਲਈ ਬਹੁਤ ਮੁਸ਼ਕਿਲ ਹੈ। ਉਹ ਬਸ ਇਸ ਤਰ੍ਹਾਂ ਹੀ ਕਿਉਂ ਸਾਡੇ ਨਾਲ ਹੋਣ ਦਿੰਦਾ ਹੈ? ਮੇਰਾ ਭਾਵ ਹੈ, ਉਹ ਪਰਮੇਸ਼ਰ ਹੈ, ਉਹ ਜੋ ਚਾਹੇ ਉਹ ਕਰ ਸਕਦਾ ਹੈ। ਪਰ ਸਾਡੇ ਲਈ ਇਸ ਦਾ ਉੱਤਰ ਸਾਡੇ ਲਈ ਉਸ ਦੀ ਇੱਛਾ ਵਿੱਚੋਂ ਪਾਇਆ ਜਾਂਦਾ ਹੈ ਕਿ ਅਸੀਂ ਚੀਜ਼ਾਂ ਉਸ ਨੂੰ ਤਰ੍ਹਾਂ ਤੱਕੀਏ ਜਿਸ ਤਰ੍ਹਾਂ ਉਹ ਅਸਲ ਵਿੱਚ ਸਾਨੂੰ ਦਿਖਾਉਣਾ ਚਾਹੁੰਦਾ ਹੈ। ਉਹ ਜਾਣਦਾ ਹੈ ਕਿ ਜੇਕਰ ਅਸੀਂ ਇੱਕ ਆਰਾਮ ਅਤੇ ਖੁਸ਼ਹਾਲੀ ਵਾਲਾ ਜੀਵਨ ਜਿਉਂਦੇ ਹੋਈਏ ਤਦ ਅਸੀਂ ਇਹ ਵਿਸ਼ਵਾਸ ਕਰਨਾ ਆਰੰਭ ਕਰ ਦੇਵਾਂਗੇ ਕਿ ਇਹ ਜੀਵਨ ਹੀ ਅਸਲ ਨਿਪਟਾਰਾ ਹੈ। ਇਹ ਜੀਵਨ ਅਸਲ ਨਿਪਟਾਰਾ ਨਹੀਂ ਹੈ, ਇਹ ਤਾਂ ਅਸਲ ਨਿਪਟਾਰੇ ਲਈ ਤਿਆਰੀ ਹੈ। ਪਰ ਜਦੋਂ ਤੱਕ ਅਸੀਂ ਇਸ ਜੀਵਨ ਵਿੱਚੋਂ ਗੁਜ਼ਰਦੇ ਆ ਰਹੇ ਹਾਂ ਅਤੇ ਸਭ ਕੁਝ ਸ਼ਾਂਤ ਹੈ ਅਤੇ ਸਾਡੇ ਲਈ ਕੋਈ ਸਮੱਸਿਆ ਨਹੀਂ ਅਤੇ ਅਸੀਂ ਠੀਕ ਠਾਕ ਰਹਿ ਰਹੇ ਹਾਂ, ਤਦ ਅਸੀਂ ਆਪਣੀਆਂ ਨਜ਼ਰਾਂ ਉਸ ਤੋਂ ਹਟਾ ਲੈਂਦੇ ਹਾਂ ਜੋ ਅਬਦੀ ਹੁੰਦਾ ਹੈ। ਪਹਿਲੀ ਗੱਲ ਸਿੱਖਣ ਵਾਲੀ ਇਹ ਹੈ ਕਿ ਕਸ਼ਟ ਸਾਨੂੰ ਮਹਿਮਾ ਦੀ ਆਸ ਰੱਖਣ ਵਿੱਚ ਮਦਦ ਕਰਦੇ ਹਨ। ਹੁਣ ਇਹਨਾਂ ਐਤਾਂ ਬਾਰੇ ਗੌਰ ਕਰੋ ਜੋ ਕੁਝ ਪਾਲੂਸ ਇਹਨਾਂ ਵਿੱਚ ਆਖਦਾ ਹੈ। ਉਹ ਚੀਜ਼ ਨੂੰ ਲੈ ਕੇ ਇਸ ਦੀ ਤੁਲਨਾ ਦੂਸਰੀ ਦੇ ਵਿਰੁੱਧ ਕਰਦਾ ਹੈ। ਮਿਸਾਲ ਵਜੋਂ ਗੌਰ ਕਰੋ, ਉਹ ਆਖਦਾ ਹੈ ਕਿ ਕਸ਼ਟ ਸਾਨੂੰ ਮਹਿਮਾ ਦੀ ਆਸ ਰੱਖਣ ਵਿੱਚ ਮਦਦ ਕਰਦੇ ਹਨ। ਦੂਸਰਾ ਕਰੰਥੀਆਂ ਦੀ ਦੂਸਰੀ ਪੱਤਰੀ 4 ਅਧਿਆਏ 17 ਐਤ ਦੇ ਵਿੱਚ ਇਸ ਤਰ੍ਹਾਂ ਲਿਖਿਆ ਹੈ, ਸਾਡਾ ਹੌਲਾ ਜਿਹਾ ਕਸ਼ਟ ਜਿਹੜਾ ਸਿਰ ਭਰਦਾ ਹੀ ਹੈ, ਭਾਰੀ ਸਗੋਂ ਅਤ ਭਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਸਾਡਾ ਕਸ਼ਟ ਹੌਲਾ ਹੈ, ਸਾਡੀ ਵਡਿਆਈ ਭਾਰੀ ਹੈ। ਉਹ ਆਖ ਰਿਹਾ ਹੈ, ਜਦੋਂ ਆਪ ਚੀਜ਼ ਨੂੰ ਸਹਿ ਸਕਦੇ ਹੋ, ਉਸ ਨਜ਼ਰੀਏ ਨਾਲ ਤੱਕਦੇ ਹੋ, ਤਦ ਆਪ ਜਾਣ ਲੈਂਦੇ ਹੋ ਕਿ ਉਹ ਕਸ਼ਟ ਜੋ ਆਪ ਠੀਕ ਇਸ ਵਕਤ ਸਹਿ ਰਹੇ ਹੋ, ਉਹ ਤਾਂ ਉਸ ਵਡਿਆਈ ਦੇ ਵੱਡੇ ਭਾਰ ਦੀ ਤੁਲਨਾ ਵਿੱਚ ਹਲਕਾ ਹੀ ਹੈ ਜੋ ਪਰਮੇਸ਼ਰ ਨੇ ਭਵਿੱਖ ਵਿੱਚ ਤੁਹਾਡੇ ਵਾਸਤੇ ਸੰਭਾਲ ਕੇ ਰੱਖਿਆ ਹੈ। ਇਹ ਉਹ ਜੀਵਨ ਹੈ ਜੋ ਕਿ ਇਸ ਜੀਵਨ ਨਾਲੋਂ ਬਿਹਤਰ ਹੈ। ਦੂਸਰੀ ਗੱਲ ਸਾਡੇ ਸਿੱਖਣ ਵਾਲੀ ਇੱਥੇ ਇਹ ਹੈ ਕਿ ਹਲਕੀਆਂ ਚੀਜ਼ਾਂ ਸਾਨੂੰ ਭਾਰੀਆਂ ਚੀਜ਼ਾਂ ਦੀ ਤਰ੍ਹਾਂ ਦੀ ਹੀ ਸੰਗਲਾ ਕਰਦਾ ਹੈ ਔਰ ਉਹ ਸਾਡੀ ਮਦਦ ਕਰਦੀਆਂ ਹਨ। ਪਾਲੂਸ ਆਖਦਾ ਹੈ, ਕਿਉਂ ਜੋ ਸਾਡਾ ਹੌਲਾ ਜਿਹਾ ਕਸ਼ਟ ਭਾਰੀ ਸਗੋਂ ਅਤ ਭਾਰੀ ਅਤੇ ਸੰਦੀਪਕ ਵਡਿਆਈ ਨੂੰ ਸਾਡੇ ਲਈ ਤਿਆਰ ਕਰਦਾ ਹੈ। ਦੂਸਰਾ ਕਰੰਥੀਆਂ 4 ਦੇ 17 ਵਚਨ। ਤੀਸਰੀ ਗੱਲ ਜੋ ਅਸੀਂ ਸਿੱਖਣ ਜਾ ਰਹੇ ਹਾਂ, ਉਦੋਂ ਕੀ ਹੁੰਦਾ ਹੈ ਜਦੋਂ ਆਪ ਕਠਿਨ ਸਮੱਸਿਆ ਵਿੱਚ ਗੁਜ਼ਰਦੇ ਹੋ, ਤਦ ਆਪ ਇਹ ਜਾਣਨਾ ਆਰੰਭ ਕਰਦੇ ਹੋ ਕਿ ਇਹ ਜੀਵਨ ਦੀ ਅੰਤ ਨਹੀਂ ਹੈ। ਇਹ ਉਹ ਸਭ ਕੁਝ ਨਹੀਂ ਹੈ ਜੋ ਆਪ ਨੇ ਸੋਚਿਆ ਸੀ ਕਿ ਇਹ ਹੋਣਾ ਜ਼ਰੂਰੀ ਹੈ। ਜੀ ਹਾਂ, ਇਹ ਇੱਕ ਅੱਛਾ ਜੀਵਨ ਹੈ ਅਤੇ ਪਰਮੇਸ਼ਰ ਸਾਡੇ ਲਈ ਭਲਾ ਹੈ ਅਤੇ ਸਾਨੂੰ ਬਰਕਤਾਂ ਦੇਣਾ ਚਾਹੁੰਦਾ ਹੈ। ਪਰ ਇਸ ਨਾਲੋਂ ਵੀ ਹੋਰ ਜ਼ਿਆਦਾ ਸਾਨੂੰ ਮਿਲਣ ਵਾਲਾ ਹੈ ਅਤੇ ਜੋ ਕੁਝ ਸਾਡੇ ਕੋਲ ਹੁਣ ਹੈ ਉਸ ਨਾਲੋਂ ਬਿਹਤਰ ਸਾਨੂੰ ਭਵਿੱਖ ਵਿੱਚ ਮਿਲਣ ਵਾਲਾ ਹੈ। ਸੱਚਮੁੱਚ ਇਹ ਅਸਲ ਜੀਵਨ ਨਹੀਂ ਹੈ। ਅਸਲ ਜੀਵਨ ਅਜੇ ਆਉਣ ਵਾਲਾ ਹੈ ਅਤੇ ਅਸੀਂ ਉਸ ਨੂੰ ਪੂਰੀ ਤਰ੍ਹਾਂ ਉਦੋਂ ਸਮਝਾਂਗੇ ਜਦੋਂ ਅਸੀਂ ਸਵਰਗ ਵਿੱਚ ਬੈਠੇ ਆਪਣੇ ਮੋਢਿਆਂ ਉੱਤੋਂ ਦੀ ਇਸ ਸਭ ਪਿੱਛੇ ਤੱਕ ਰਹੇ ਹੋਵਾਂਗੇ ਅਤੇ ਅਸੀਂ ਹੈਰਾਨ ਹੋਵਾਂਗੇ ਕਿ ਅਸੀਂ ਉਸ ਹੌਲੇ ਜਿਹੇ ਕਸ਼ਟ ਕਰਕੇ
ਇੰਨੇ ਪ੍ਰਕਾਸ਼ ਕਿਉਂ ਹੋਏ ਸੀ ਜਦੋਂ ਅਸੀਂ ਇੰਨੇ ਭਾਰੀ ਵਡਿਆਈ ਦਾ ਅਹਿਸਾਸ ਕਰ ਰਹੇ ਸਾਂ। ਦੋਸਤੋ, ਅਸੀਂ ਤੁਹਾਡਾ ਸਭਨਾਂ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹੇ। ਸਾਡੇ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਵਿੱਚ ਅਸੀਂ ਪੌਲੁਸ ਦੇ ਜੀਵਨ ਵਿੱਚ ਆਉਣ ਵਾਲੀਆਂ ਵਿਪਦਾਵਾਂ ਅਤੇ ਉਸ ਦੇ ਪ੍ਰਤੀ ਉਸ ਦੇ ਨਜ਼ਰੀਏ ਤੋਂ ਸਿੱਖਿਆ ਕਿ ਸਾਨੂੰ ਮੁਸੀਬਤਾਂ ਤੋਂ ਘਬਰਾਉਣਾ ਨਹੀਂ ਚਾਹੀਦਾ, ਬਲਕਿ ਯਾਦ ਰੱਖਣਾ ਚਾਹੀਦਾ ਹੈ ਕਿ ਪਰਮੇਸ਼ਰ ਤੁਹਾਡੇ ਨਾਲ ਹੈ ਅਤੇ ਉਸ ਦੀ ਕਿਰਪਾ ਤੁਹਾਡੇ ਉੱਤੇ ਹੈ। ਭਾਵੇਂ ਸਾਡੀ ਬਾਹਰਲੀ ਇਨਸਾਨੀਅਤ ਤੇ ਇਸ ਦਾ ਬੁਰਾ ਅਸਰ ਪੈ ਰਿਹਾ ਹੋਵੇਗਾ, ਪਰ ਅੰਦਰੂਨੀ ਇਨਸਾਨੀਅਤ ਦਿਨ ਪ੍ਰਤੀ ਦਿਨ ਨਵੀਂ ਹੁੰਦੀ ਜਾਂਦੀ ਹੈ। ਅਸੀਂ ਆਤਮਿਕ ਰੂਪ ਵਿੱਚ ਹੋਰ ਬਿਹਤਰ ਹੁੰਦੇ ਜਾ ਰਹੇ ਹਾਂ। ਇਹੋ ਤਾਂ ਅਸੀਂ ਪੌਲੁਸ ਅਤੇ ਜੌਨ ਨਿਊਟਨ ਦੇ ਜੀਵਨ ਤੋਂ ਵੇਖ ਰਹੇ ਹਾਂ। ਪਰਮੇਸ਼ਰ ਦੀ ਵਡਿਆਈ ਹੋਵੇ ਕਿ ਉਹ ਸਾਨੂੰ ਹਰ ਪ੍ਰਕਾਰ ਦੇ ਹਾਲਾਤਾਂ ਵਿੱਚ ਆਪਣੀ ਕਿਰਪਾ ਦੁਆਰਾ ਸੰਭਾਲਦਾ ਹੈ। ਆਓ ਇਸ ਵਚਨ ਦੇ ਲਈ ਪ੍ਰਾਰਥਨਾ ਕਰੀਏ। ਸਾਡੇ ਅਨੁਗ੍ਰਹਿਕਾਰੀ, ਦਿਆਲੂ, ਕਿਰਪਾਲੂ ਪਰਮੇਸ਼ਰ, ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਅੱਜ ਦੇ ਵਚਨ ਦੇ ਦੁਆਰਾ ਸਿਖਾਇਆ ਕਿ ਪ੍ਰਭੂ ਸਾਡੇ ਹਾਲਾਤ ਕਿਸ ਤਰ੍ਹਾਂ ਦੇ ਵੀ ਕਿਉਂ ਨਾ ਹੋਣ, ਤੁਸੀਂ ਸਾਡੇ ਨਾਲ ਹੋ। ਤੁਹਾਡੀ ਕਿਰਪਾ ਸਾਨੂੰ ਹਰ ਹਾਲਾਤਾਂ ਵਿੱਚ ਸੰਭਾਲ ਕੇ ਰੱਖਦੀ ਹੈ। ਪਿਤਾ ਪਰਮੇਸ਼ਰ, ਮੈਂ ਉਹਨਾਂ ਲੋਕਾਂ ਵਾਸਤੇ ਪ੍ਰਾਰਥਨਾ ਕਰਦਾ ਜਿਹੜੇ ਇਹਨਾਂ ਹਾਲਾਤਾਂ ਤੋਂ ਗੁਜ਼ਰ ਰਹੇ ਆ, ਜੋ ਉਹਨਾਂ ਲਈ ਝੱਲਣ ਤੋਂ ਬਾਹਰ ਹੈ ਪਿਤਾ, ਔਰ ਉਹਨਾਂ ਦੀ ਪਰਿਸਥਿਤੀਆਂ ਬਹੁਤ ਜ਼ਿਆਦਾ ਪਰੇਸ਼ਾਨ ਕਰਨ ਵਾਲੀਆਂ, ਬਹੁਤ ਸਾਰੀ ਬੁਰੀਆਂ। ਪਿਤਾ, ਤੁਹਾਡੀ ਕਿਰਪਾ ਉਹਨਾਂ ਉੱਤੇ ਬਣੀ ਰਹੇ। ਉਹ ਇਹਨਾਂ ਦਾ ਸਾਹਮਣਾ ਪ੍ਰਭੂ ਜੀ ਹਿੰਮਤ ਦੇ ਨਾਲ ਔਰ ਤੁਹਾਡੇ ਭਰੋਸੇ ਨਾਲ ਕਰਦੇ ਚਲੇ ਜਾਣ। ਔਰ ਅਸੀਂ ਸਾਰੇ ਜੌਨ ਵਾਂਗੂ ਔਰ ਪਿਤਾ ਪਰਮੇਸ਼ਰ ਪੌਲੁਸ ਵਾਂਗੂ ਪ੍ਰਭੂ ਸਫਲਤਾ ਦੇ ਨਾਲ ਇਹਨਾਂ ਵਿਪੱਤੀਆਂ ਚੋਂ ਬਾਹਰ ਆਈਏ। ਪ੍ਰਭੂ ਯਿਸੂ ਮਸੀਹ ਦੇ ਨਾਮ 'ਚ ਮੰਗਦੇ ਹਾਂ, ਆਮੀਨ। ਦੋਸਤੋ, ਹੁਣ ਸਾਨੂੰ ਇਜਾਜ਼ਤ ਦਿਓ। ਅਸੀਂ ਆਪਣੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ ਫੇਰ ਮਿਲਾਂਗੇ ਇੱਕ ਨਵੇਂ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਸਾਰਿਆਂ ਨੂੰ ਜੈ ਮਸੀਹ ਦੀ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।